हाँ जी, सत श्री अकाल। अज ਆਪਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ 8th ਕਲਾਸ ਦੀ ਬੁੱਕ ਆ ਹਿਸਟਰੀ ਦਾ ਜਿਹੜਾ ਹੈਗਾ ਉਹਦੇ ਵਿੱਚੋਂ ਫਸਟ ਟੌਪਿਕ ਵੈਨ ਵੇਅਰ ਐਂਡ ਹਾਓ ਉਹ ਪੜ੍ਹਨ ਜਾ ਰਹੇ ਹਾਂ, ਜਿਹਦਾ ਮਤਲਬ ਹੈ ਕਦੋਂ, ਕਿੱਥੇ ਅਤੇ ਕਿਵੇਂ। ਸਟਾਰਟ ਕਰਦੇ ਹਾਂ। ਔਨ ਓਵਰਵਿਊ ਆਫ ਦਾ ਮਾਡਰਨ ਪੀਰੀਅਡ, ਆਧੁਨਿਕ ਕਾਲ 'ਤੇ ਇੱਕ ਝਾਤ। ਹਿਸਟਰੀ ਇਜ਼ ਦਾ ਸਟੱਡੀ ਆਫ ਪਾਸਟ, ਕਿ ਜਿਹੜਾ ਇਤਿਹਾਸ ਆ ਉਹ ਬੀਤੇ ਸਮੇਂ ਦਾ ਅਧਿਐਨ ਆ। ਹਿਸਟੋਰੀਅਨਸ ਹੈਵ ਡਿਵਾਈਡਡ ਦਾ ਹਿਸਟਰੀ ਆਫ ਦਾ ਵਰਲਡ into three periods, ancient, medieval and modern। कि ਜਿਹੜੇ ਆਪਣੇ ਹਿਸਟੋਰੀਅਨਸ ਨੇ ਉਹਨਾਂ ਨੇ ਪੂਰੇ ਵਰਲਡ ਦੀ ਹਿਸਟਰੀ ਹੈ ਜਿਹੜੀ ਉਹਨੂੰ 3 ਪਾਰਟਸ ਵਿੱਚ ਡਿਵਾਈਡ ਕੀਤਾ। ਕਿਹੜੇ ਕਿਹੜੇ? ਐਂਸੀਐਂਟ, ਮੈਡੀਵਲ ਐਂਡ ਮਾਡਰਨ, ਪੁਰਾਤਨ, ਮੱਧਕਾਲੀਨ ਅਤੇ ਆਧੁਨਿਕ ਇਤਿਹਾਸ। ਸੋ ਇਨ ਦਿਸ ਵੇ ਇੰਡੀਅਨ ਹਿਸਟਰੀ ਹੈਵ ਆਲਸੋ ਬੀਨ ਡਿਵਾਈਡਡ ਇਨਟੂ ਐਂਸੀਐਂਟ, ਮੈਡੀਵਲ ਐਂਡ ਮਾਡਰਨ ਪੀਰੀਅਡ। ਇਸੇ ਤਰ੍ਹਾਂ ਜਿਹੜਾ ਹੈਗਾ ਵਾ ਭਾਰਤ ਦਾ ਇਤਿਹਾਸ ਆ ਉਹਨੂੰ ਵੀ 3 ਕਾਲਾਂ ਵਿੱਚ ਵੰਡਿਆ ਗਿਆ ਵਾ, ਪੁਰਾਤਨ ਕਾਲ, ਮੱਧਕਾਲੀਨ ਕਾਲ ਅਤੇ ਆਧੁਨਿਕ ਕਾਲ। ਅੱਗੇ ਹੈ ਬਟ ਦਾ ਡਿਊਰੇਸ਼ਨ ਆਫ ਦੀਸ ਪੀਰੀਅਡ ਇਜ਼ ਨਾਟ ਦਾ ਸੇਮ ਇਨ ਡਿਫਰੈਂਟ ਪਾਰਟਸ ਆਫ ਦਾ ਵਰਲਡ। ਕਹਿੰਦੇ ਹੁਣ ਪਰੰਤੂ ਜਿਹੜਾ ਇਹਨਾਂ ਕਾਲਾਂ ਦਾ ਜਿਹੜਾ ਸ਼ੁਰੂ ਹੋਣ ਦਾ ਸਮਾਂ ਵਾ ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਇੱਕੋ ਜਿਹਾ ਨਹੀਂ ਹੈਗਾ ਵਾ। ਫੋਰ ਐਗਜ਼ਾਮਪਲ ਦਾ ਮਾਡਰਨ ਪੀਰੀਅਡ is said to have begun in Europe in the 16th century। ਕਹਿੰਦੇ ਕਿ ਜਿਹੜਾ ਯੂਰਪ ਆ ਉਹਦੇ ਵਿੱਚ ਜਿਹੜਾ ਮਾਡਰਨ ਪੀਰੀਅਡ ਆ ਉਹ ਕਦੋਂ ਸਟਾਰਟ ਹੋਇਆ? ਇਨ ਦਾ ਯੂਰਪਨ 16th century, ਯਾਨੀ ਕਿ 16ਵੀਂ ਸਦੀ ਦੇ ਵਿੱਚ। ਬਟ ਇਨ ਇੰਡੀਆ 16th century when the Mughal ruler like Babur, Humayun and Akbar ruled over India was part ਦਾ ਮੈਡੀਵਲ ਪੀਰੀਅਡ। ਉਸ ਟਾਈਮ 'ਤੇ ਜਿਹੜਾ ਇੰਡੀਆ ਸੀ ਉਹਦੇ ਵਿੱਚ ਬਾਬਰ, ਹਮਾਯੂ, ਅਕਬਰ ਵਰਗੇ ਜਿਹੜੇ ਸੀਗੇ ਮੁਗਲ ਰਾਜੇ ਰਾਜ ਕਰਦੇ ਸੀਗੇ। ਉਸ ਟਾਈਮ ਨੂੰ ਆਪਾਂ ਇੰਡੀਆ ਵਿੱਚ ਕੀ ਕਹਿੰਦੇ ਆ? ਮੈਡੀਵਲ ਪੀਰੀਅਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨਾ, ਮੱਧਕਾਲੀਨ ਦੇ ਜਿਹੜਾ ਹੈਗਾ ਵਾ ਨਾਮ ਨਾਲ ਜਾਣਿਆ ਜਾਂਦਾ ਵਾ। ਦੋਜ਼ ਕੰਟਰੀਜ਼ ਆਫ ਦਾ ਵਰਲਡ ਹੂ ਪ੍ਰੋਗਰੈਸਡ ਮਚ ਫਾਸਟਰ ਦੈਨ ਦੋਜ਼ ਹੂਜ ਪੇਸ ਫॉर ਡਿਵੈਲਪਮੈਂਟ ਵਾਜ ਸਲੋਅਰ ਵਿਟਨੈਸ ਦਾ ਇਮਰਜੈਂਸ ਆਫ ਮਾਡਰਨ ਪੀਰੀਅਡ ਅਰਲੀਅਰ। ਹੁਣ ਆਪਣੇ ਕਹਿੰਦੇ ਸੰਸਾਰ ਦੇ ਜਿਹੜੇ ਦੇਸ਼ਾਂ ਨੇ ਬਹੁਤ ਤੇਜ਼ ਰਫ਼ਤਾਰ ਨਾਲ ਤਰੱਕੀ ਕੀਤੀ ਆ, ਉਹਨਾਂ ਨੇ ਘੱਟ ਰਫ਼ਤਾਰ ਨਾਲ ਤਰੱਕੀ ਕਰਨ ਵਾਲੇ ਜਿਹੜੇ ਦੇਸ਼ ਆ ਉਹਨਾਂ ਨਾਲੋਂ ਪਹਿਲਾਂ ਵਾ ਜਿਹੜੀ ਮੋਡਰਨਾਈਜੇਸ਼ਨ ਆ ਜਾਂ ਜਿਹੜਾ ਆਪਾਂ ਕਹਿ ਦਈਏ ਆਧੁਨਿਕਤਾ ਵਾ ਉਹਨੂੰ ਆਰੰਭ ਕਰ ਲਿਆ ਸੀਗਾ। ਅੱਗੇ ਕੰਟੀਨਿਊ ਕਰਦੇ ਹਾਂ। ਇਨ ਇੰਡੀਆ ਮਾਡਰਨ ਪੀਰੀਅਡ ਬਿਗੇਨ ਇਨ ਦਾ 18th century। ਇੰਡੀਆ ਦੇ ਵਿੱਚ ਜਿਹੜਾ ਹੈਗਾ ਮਾਡਰਨ ਪੀਰੀਅਡ ਕਦੋਂ ਸ਼ੁਰੂ ਹੋਇਆ? 18ਵੀਂ ਸਦੀ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਹੋਇਆ। ਆਫਟਰ ਦਾ ਡੈਥ ਆਫ ਮੰਗੋਲ ਇੰਪਰਰ ਔਰੰਗਜ਼ੇਬ। ਅਤੇ ਕਿਹਦੀ ਡੈਥ ਤੋਂ ਬਾਅਦ ਸ਼ੁਰੂ ਹੋਇਆ? ਜਿਹੜਾ ਮੁਗਲ ਬਾਦਸ਼ਾਹ ਔਰੰਗਜ਼ੇਬ ਸੀਗਾ ਉਹਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ। ਡਿਊਰਿੰਗ ਦਿਸ ਪੀਰੀਅਡ ਮੈਨੀ ਓਲਡ ਪਾਵਰਸ ਬਿਗੇਨ ਵੀਕਿੰਗ ਐਂਡ ਇਨ ਦੇਅਰ ਪਲੇਸ ਮੈਨੀ ਨਿਊ ਪਾਵਰਸ ਲਾਈਕ। ਦੇਖੋ ਕਹਿੰਦੇ ਇਸ ਟਾਈਮ ਵਿੱਚ ਕੀ ਹੋਇਆ ਕਿ ਹੁਣ ਜਿਹੜੀਆਂ ਪੁਰਾਣੀਆਂ ਸ਼ਕਤੀਆਂ ਸੀਗੀਆਂ, ਓਲਡ ਪਾਵਰ ਸੀਗੀਆਂ, ਮੰਨ ਲਓ ਕਿ ਜਿਵੇਂ ਆਪਾਂ ਕਹਿ ਦਈਏ ਜਿਹੜੇ ਮੁਗਲ ਰਾਜੇ ਸੀ ਉਹ ਤਾਂ ਕਮਜ਼ੋਰ ਹੋ ਗਏ ਸੀ, ਪਰ ਉਹਨਾਂ ਦੀ ਥਾਂ 'ਤੇ ਜਿਹੜੀਆਂ ਨਵੀਆਂ ਸ਼ਕਤੀਆਂ ਸੀ ਉਹਨਾਂ ਦਾ ਉਭਾਰ ਹੋਣ ਲੱਗ ਗਿਆ ਸੀ। ਉਹ ਨਵੀਆਂ ਸ਼ਕਤੀਆਂ ਕਿਹੜੀਆਂ ਸੀ? ਮਰਾਠਾਜ਼, ਸਿੱਖ, ਰੋਹਿਲਾਜ਼, ਪਠਾਨ, ਰਾਜਪੂਤ, ਇਮਾਜ਼। ਠੀਕ ਆ, ਇਹਨਾਂ ਸਾਰੀਆਂ ਦਾ ਜਿਹੜਾ ਸੀਗਾ ਉਹਦਾ ਉਭਾਰ ਹੋਣ ਲੱਗ ਗਿਆ ਸੀਗਾ, ਇਹ ਹੋਂਦ 'ਚ ਆਉਣ ਲੱਗ ਗਈਆਂ ਸੀ। ਦਾ ਮਿਊਚੁਅਲ ਸਟਰਗਲ ਅਮੰਗ ਦਾ ਇੰਡੀਅਨ ਪਾਵਰਸ ਪੇਵਡ ਦਾ ਵੇ ਫॉर ਦਾ ਫੋਰਨ ਪਾਵਰਸ ਲਾਈਕ। ਹੁਣ ਇਹਨਾਂ ਸਾਰੀਆਂ ਜਦੋਂ ਉਹ ਜਿਹੜੇ ਸੀਗੇ ਆਪਸ ਵਿੱਚ ਲੜਾਈ ਝਗੜੇ ਕਰਨ ਲੱਗ ਗਈਆਂ ਸੀਗੀਆਂ, ਇਹ ਥੋੜ੍ਹੀਆਂ ਛੋਟੀਆਂ ਰਿਆਸਤਾਂ ਜਿਹੜੀਆਂ ਸੀਗੀਆਂ ਵਿਦੇਸ਼ੀ ਸ਼ਕਤੀਆਂ ਸੀ ਜਿਹੜੀਆਂ ਉਹਨਾਂ ਨੇ ਇਹਦਾ ਫਾਇਦਾ ਉਠਾਇਆ। ਕਿਹੜੀਆਂ ਵਿਦੇਸ਼ੀ ਸ਼ਕਤੀਆਂ? ਉਹਦੇ ਵਿੱਚ ਆ ਗਏ ਪੁਰਤਗਾਲ, ਜਿਹੜੇ ਆਪਣੇ ਪੁਰਤਗਾਲੀ, ਡੱਚ, ਬ੍ਰਿਟਿਸ਼, ਅੰਗਰੇਜ਼, ਫਰਾਂਸੀਸੀ ਹੋ ਗਏ ਜਿਹੜੇ ਫਰੈਂਚ ਹੈ ਨਾ, ਇਹਨਾਂ ਸਾਰਿਆਂ ਨੇ ਕੀ ਸੀ ਇਸ ਚੀਜ਼ ਦਾ ਫਾਇਦਾ ਉਠਾਇਆ। ਸੁਪਰਮੇਸੀ ਐਂਡ ਸਟੇਬਲਿਸਟ ਦੇਅਰ ਓਨ ਇੰਪਾਇਰ ਇਨ ਇੰਡੀਆ। ਅਤੇ ਉਹਨਾਂ ਨੇ ਕੀ ਸੀ ਕਿ ਇੰਡੀਆ ਵਿੱਚ ਆਪਣੀ ਸਰਵਉੱਚਤਾ ਅਤੇ ਸਾਮਰਾਜ ਸਥਾਪਿਤ ਕਰਨ ਲਈ ਸੱਦਾ ਦਿੱਤਾ। ਵਿਦ ਦਾ ਕਮਿੰਗ ਆਫ ਦੀਜ਼ ਫੋਰਨ ਪਾਵਰਸ ਮਾਡਰਨ ਪੀਰੀਅਡ ਬਿਗੇਨ ਇਨ ਇੰਡੀਆ। ਇਹਨਾਂ ਫੋਰਨ ਪਾਵਰਸ ਦੇ ਇੰਡੀਆ ਵਿੱਚ ਆਉਣ ਦੇ ਨਾਲ ਜਿਹੜਾ ਮਾਡਰਨ ਪੀਰੀਅਡ ਆ ਉਹ ਕੀ ਆ? ਆਰੰਭ ਹੋ ਗਿਆ ਸੀਗਾ ਇੰਡੀਆ ਦੇ ਵਿੱਚ। ਵੀ ਕੰਟੀਨਿਊ। ਸੋ ਇਨ ਦਿਸ ਵੇ ਮਾਡਰਨ ਪੀਰੀਅਡ ਇਨ ਯੂਰਪ ਬਿਗੇਨ ਇਨ ਦਾ 16th century। ਇਹਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਯੂਰਪ ਆ ਉਹਦੇ ਵਿੱਚ ਮਾਡਰਨ ਪੀਰੀਅਡ ਹੋਇਆ ਜਿਹੜਾ ਹੈਗਾ 16ਵੀਂ ਸਦੀ ਵਿੱਚ ਸਟਾਰਟ ਹੋਇਆ। ਇਨ ਇੰਡੀਆ ਇਟ ਬਿਗੇਨ ਇਨ 18th century। ਅਤੇ ਇੰਡੀਆ ਵਿੱਚ ਉਹ ਲਗਭਗ 2 ਸਦੀਆਂ ਤੋਂ ਬਾਅਦ ਦੇਖੋ ਕਿੰਨਾ ਗੈਪ ਕੀ ਰਿਹਾ ਇੰਡੀਆ ਅਤੇ ਯੂਰਪ ਦੇ ਵਿੱਚ, 18ਵੀਂ ਸਦੀ ਵਿੱਚ ਸ਼ੁਰੂ ਹੋਇਆ। ਦੀਜ਼ ਵਰ ਮੈਨੀ ਸੋਸ਼ਲ ਈਵਲਸ ਪ੍ਰੀਵੈਲੈਂਟ ਇਨ ਇੰਡੀਆ ਕੰਪੇਅਰਡ ਵਿਦ ਫੋਰਨ ਸੁਸਾਇਟੀਜ਼। ਹੁਣ ਕਹਿੰਦੇ ਵਿਦੇਸ਼ੀ ਸਮਾਜ ਨੂੰ ਦੇਖੀਏ ਤਾਂ ਉਹਦੇ ਮਤਲਬ ਮੁਕਾਬਲੇ ਜਿਹੜਾ ਇੰਡੀਆ ਸੀ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਬੁਰਾਈਆਂ ਫੈਲੀਆਂ ਹੋਈਆਂ ਸੀ। ਟੂ ਰੂਟ ਆਊਟ ਦੀਜ਼ ਸੋਸ਼ਲ ਈਵਲਸ ਫਰੋਮ ਦਾ ਸੁਸਾਇਟੀ ਵਿੱਚੋਂ ਰੂਟ ਆਊਟ ਮਤਲਬ ਕਿ ਇਹਨਾਂ ਜਿਹੜੀਆਂ ਫੈਲੀਆਂ ਹੋਈਆਂ ਸੀਗੀਆਂ ਬੁਰਾਈਆਂ ਫੈਲੀਆਂ ਹੋਈਆਂ ਸੀ ਇਹਨਾਂ ਨੂੰ ਖਤਮ ਕਰਨ ਦੇ ਲਈ ਹੈ ਨਾ ਮੈਨੀ ਜਿਹੜੇ ਸੋਸ਼ਲ ਰਿਫੋਰਮਰਸ ਜਿਹਨਾਂ ਆਪਾਂ ਨੂੰ ਕਹਿ ਦਈਏ
ਟਰਾਈਡ ਦੇਅਰ ਬੈਸਟ, ਉਹਨਾਂ ਨੇ ਆਪਣਾ ਕੀ ਸੀ ਬਹੁਤ ਵਧੀਆ ਯੋਗਦਾਨ ਪਾਇਆ ਸੀਗਾ ਇਹਨਾਂ ਬੁਰਾਈਆਂ ਨੂੰ ਖ਼ਤਮ ਕਰਨ ਦੇ ਲਈ। ਇਨ ਦਾ ਇਕਨੋਮਿਕ ਫੀਲਡ ਆਲਸੋ ਦੇਅਰ ਵਾਰ ਮੈਨੀ ਸ਼ਾਰਟ ਕਮਿੰਗਸ, ਇਹ ਤੋਂ ਬਿਨਾਂ ਕੀ ਸੀ ਕਿ ਜਿਹੜਾ ਇੰਡੀਆ ਸੀਗਾ, ਜਿਵੇਂ ਆਪਾਂ ਕਹਿ ਦਈਏ ਕਿ ਉਹਦੀ ਆਰਥਿਕ ਜਿਹੜਾ ਖੇਤਰ ਸੀ ਉਹਦੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਸੀਗੀਆਂ ਉਹਦੇ ਇਕਨੋਮਿਕ ਪੀਰੀਅਡ ਦੇ ਵਿੱਚ। ਅੱਗੇ ਕੰਟੀਨਿਊ ਕਰਦੇ ਹਾਂ। ਸੋ ਐਗਰੀਕਲਚਰ, so many Indian rulers, administrations and economic paid special attention towards the agriculture, trade and industry to improve it। ਹੁਣ ਕੀ ਸੀ ਕਿ ਜਿਹੜੇ ਅਰਥ ਸ਼ਾਸਤਰੀ ਸੀ ਉਹਨਾਂ ਨੇ ਕੀ ਆ ਕਿ ਬਹੁਤ ਜ਼ਿਆਦਾ ਧਿਆਨ ਦਿੱਤਾ ਕਿਹੜੀਆਂ ਚੀਜ਼ਾਂ ਵੱਲ ਕਿ ਜਿਹੜੀਆਂ ਅਰਥ ਸ਼ਾਸਤਰ ਵਿੱਚ ਕਮੀਆਂ ਨੇ ਇਹਨਾਂ ਨੂੰ ਦੂਰ ਕੀਤਾ ਜਾ ਸਕੇ। ਠੀਕ ਆ, ਇਹਨਾਂ ਕਮੀਆਂ ਦੂਰ ਕਰਨ ਲਈ ਕੀ ਸੀ ਕਿ ਅਰਥ ਸ਼ਾਸਤਰੀ ਨੇ ਖੇਤੀ, ਵਪਾਰ, ਉਦਯੋਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀਗਾ। ਅਤੇ ਉਸ ਸਮੇਂ ਕੀ ਸੀ ਕਿ ਭਾਰਤ ਵਿੱਚ ਅੱਗੇ ਉਹਨਾਂ ਨੇ ਹੋਰ ਕੀ ਕੀਤਾ, ਪੜ੍ਹਦੇ ਹਾਂ। ਐਟ ਦੈਟ ਟਾਈਮ ਮੈਨੀ ਸਕੂਲਸ, colleges were established where foreign language were taught side by side with the Indian language। ਅਤੇ ਬਹੁਤ ਸਾਰੇ ਜਿਹੜੇ ਸੀ ਸਕੂਲ ਕਾਲਜ ਖੁੱਲ੍ਹੇ ਗਏ ਜਿਹਦੇ ਵਿੱਚ ਇੱਕ ਪਾਸੇ ਤਾਂ ਜਿਹੜੀ ਸੀਗੀ ਭਾਰਤ ਦੀਆਂ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਸੀ ਅਤੇ ਦੂਜੇ ਪਾਸੇ ਜਿਹੜੀਆਂ ਸੀਗੀਆਂ ਵਿਦੇਸ਼ੀ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਸੀਗੀਆਂ। The Indians along with western educated and literature, so in this way modern period began in India। ਅਤੇ ਇਹਦੇ ਨਾਲ ਕੀ ਹੋਇਆ ਕਿ ਪੱਛਮੀ ਵਿਚਾਰਾਂ ਨੇ ਵੀ ਜਿਹੜੀਆਂ ਭਾਰਤੀ ਆ ਉਹਨਾਂ ਨੂੰ ਜਾਗਰਿਤ ਕੀਤਾ ਅਤੇ ਇਸ ਤਰ੍ਹਾਂ ਜਿਹੜਾ ਸੀਗਾ ਆਧੁਨਿਕ ਯੁੱਗ ਦਾ ਭਾਰਤ ਵਿੱਚ ਆਰੰਭ ਹੋ ਗਿਆ ਸੀਗਾ। ਨੈਕਸਟ ਦੇਖਦੇ ਹਾਂ। ਅਮੰਗ ਇੰਡੀਅਨਸ ਦਾ ਫੀਲਿੰਗ ਆਫ ਫਰੀਡਮ, ਇਕੁਐਲਿਟੀ ਆਫ ਐਂਡ ਬ੍ਰਦਰਹੁੱਡ ਐਮਰਜਡ ਐਜ਼ ਸੂਨ ਐਜ਼ ਦੇ ਗੋਟ ਐਜੂਕੇਸ਼ਨ ਅਬਾਊਟ ਵੈਸਟਰਨ ਕਲਚਰ, ਹਿਸਟਰੀ ਐਂਡ ਫਿਲੋਸਫੀ। ਹੁਣ ਜਿਵੇਂ ਕਹਿੰਦੇ ਜਿਹੜੇ ਇੰਡੀਅਨਸ ਸੀਗੇ ਉਹਨਾਂ ਨੇ ਜਿਹੜਾ ਸੀਗਾ ਵਿਦੇਸ਼ਾਂ ਦਾ ਆਪਾਂ ਕਹਿ ਦਈਏ ਨਾ ਜਿਹੜਾ ਹਿਸਟਰੀ ਪੜ੍ਹੀ, ਕਲਚਰ ਸੱਭਿਆਚਾਰ ਬਾਰੇ ਜਾਣਿਆ, ਹਿਸਟਰੀ ਬਾਰੇ ਪੜ੍ਹਿਆ, ਫਿਲੋਸਫੀ ਬਾਰੇ ਪੜ੍ਹਿਆ, ਤਾਂ ਉਹਨਾਂ ਵਿੱਚ ਕੀ ਸੀਗੀਆਂ ਜਿਹੜੀਆਂ ਫੀਲਿੰਗਸ ਪੈਦਾ ਹੋਣ ਲੱਗੀਆਂ ਸੀ, ਭਾਵਨਾਵਾਂ ਪੈਦਾ ਹੋਣ ਲੱਗ ਗਈਆਂ ਸੀ ਕਿ ਉਹਨਾਂ ਵਿੱਚ ਵੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰਾ ਜਿਹੜਾ ਹੈਗਾ ਉਹਨਾਂ ਨੂੰ ਵਿੱਚ ਵੀ ਹੋਣਾ ਚਾਹੀਦਾ ਅਤੇ ਉਹਨਾਂ ਨੂੰ ਵੀ ਇਹ ਜਿਹੜੀ ਮਿਲਣੀ ਚਾਹੀਦੀ ਹੈ, ਇਹ ਭਾਵਨਾਵਾਂ ਉਹਨਾਂ ਵਿੱਚ ਪੈਦਾ ਹੋਣ ਲੱਗੀਆਂ ਸੀਗੀਆਂ। ਨਾਓ ਹਾਊ ਕੁਡ ਇੰਡੀਅਨ ਟੋਲਰੇਟ ਦਾ ਫੋਰਨ ਰੂਲ ਐਂਡ ਦਾ ਐਕਸਪਲੋਨੇਸ਼ਨ ਆਫ ਦੇਅਰ ਮਦਰਲੈਂਡ। ਹੁਣ ਜਦੋਂ ਇੰਡੀਅਨਸ ਵਿੱਚ ਇਹ ਸਾਰੀਆਂ ਫੀਲਿੰਗਸ ਪੈਦਾ ਹੋ ਗਈਆਂ ਸੀਗੀਆਂ ਤਾਂ ਫਿਰ ਉਹ ਆਪਣੀ ਮਾਤ ਭੂਮੀ ਜਿਹੜੀ ਸੀ ਉਹਦਾ ਸ਼ੋਸ਼ਣ ਕਰਨ ਨੂੰ ਕਿਵੇਂ ਸਹਿਣ ਕਰ ਸਕਦੇ ਸੀ, ਕਿਵੇਂ ਬਰਦਾਸ਼ਤ ਕਰ ਸਕਦੇ ਸੀ ਇਸ ਚੀਜ਼ ਨੂੰ। ਸੋ ਦੇ ਸਟਾਰਟਡ ਦਾ ਨੈਸ਼ਨਲ ਮੂਵਮੈਂਟ ਅਗੇਂਸਟ ਦਾ ਬ੍ਰਿਟਿਸ਼ ਰੂਲ। ਉਹਨਾਂ ਨੇ ਕੀ ਸੀਗਾ ਕਿ ਰਾਸ਼ਟਰੀ ਜਿਹੜੇ ਸੀਗੇ ਨੈਸ਼ਨਲ ਮੂਵਮੈਂਟ ਮਤਲਬ ਰਾਸ਼ਟਰੀ ਅੰਦੋਲਨ ਸ਼ੁਰੂ ਕਰਤੇ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ। ਦੇ ਗੋਟ ਦਾ ਇੰਡੀਪੈਂਡੈਂਸ ਇਨ 1947, ਪਰ ਅੰਤ ਵਿੱਚ ਜਾ ਕੇ ਜਿਹੜਾ ਸੀ 1947 ਈਸਵੀ ਦੇ ਤੋਂ ਬਾਅਦ ਜਿਹੜਾ ਸੀ ਹੈ ਨਾ ਸੋ ਮੱਚ ਸੈਕਰੀਫਾਈਸਸ ਐਂਡ ਇਨਟੋਲਰੈਂਟ ਐਟਰੋਟਿਕਸ, ਅਤੇ ਬਹੁਤ ਜ਼ਿਆਦਾ ਜਿਹੜਾ ਸੀਗਾ ਸੰਘਰਸ਼ ਕਰਨ ਤੋਂ ਬਾਅਦ ਉਹਨਾਂ ਨੂੰ 1947 ਦੇ ਵਿੱਚ ਜਿਹੜੀ ਸੀ ਆਜ਼ਾਦੀ ਮਿਲ ਗਈ ਸੀਗੀ। ਅੱਗੇ ਕੰਟੀਨਿਊ ਕਰਦੇ ਹਾਂ। ਆਫਟਰ ਇੰਡੀਪੈਂਡੈਂਸ ਆਫ ਇੰਡੀਆ ਦੈਨ ਦੇਅਰ ਸਟਾਰਟਡ ਦਾ ਟਾਸਕ ਆਫ ਰਿਕੋਗਨਾਈਜੇਸ਼ਨ ਆਫ ਇੰਡੀਆ ਐਂਡ ਰੀਬਿਲਡਿੰਗ ਇਟਸ ਇਕੋਨਮੀ। ਭਾਰਤ ਦੇ ਆਜ਼ਾਦ ਹੋਣ ਤੋਂ ਮਗਰੋਂ ਹੁਣ ਇਸ ਦੇ ਪੁਨਰ ਸੰਗਠਨ ਅਤੇ ਇਹਦੇ ਨਾਲ ਨਾਲ ਜਿਹੜੀ ਇਹਦੀ ਅਰਥ ਵਿਵਸਥਾ ਸੀ ਉਹਨੂੰ ਫਿਰ ਤੋਂ ਸਥਾਪਿਤ ਕਰਨ ਦਾ ਜਿਹੜਾ ਸੀ ਕੰਮ ਸ਼ੁਰੂ ਕੀਤਾ ਗਿਆ ਸੀ। ਇੰਡੀਆ ਹੈਵ ਅਚੀਵਡ ਆ ਰਿਸਪੈਕਟਿਵਲੀ ਪਲੇਸ ਅਮੰਗ ਦਾ ਗ੍ਰੇਟ ਕੰਟਰੀਜ਼ ਆਫ ਦਾ ਵਰਲਡ ਆਫਟਰ ਪੁਟਿੰਗ ਸੋ ਮਚ ਇਫੋਰਟ ਐਂਡ ਪ੍ਰੋਗਰੈਸ ਫॉर ਦਾ ਲਾਸਟ। ਇੱਥੇ ਜਿਹੜਾ ਹੈਗਾ ਡਾਟਾ ਥੋੜ੍ਹਾ ਪੰਜਾਬ ਬੋਰਡ ਵਾਲਿਆਂ ਨੇ ਪੁਰਾਣੀ ਬੁੱਕ ਅਪਲੋਡ ਕੀਤੀ ਹੈ, ਇੱਥੇ 65 to 66 ਈਅਰਸ ਆ ਜਿਹੜਾ ਹੈਗਾ ਦਿੱਤਾ ਹੋਇਆ ਵਾ। ਇਹਦਾ ਇਹ ਆ ਕਿ ਭਾਰਤ ਵਿੱਚ ਲਗਭਗ ਪਿਛਲੇ ਜਿਹੜੇ 65-66 ਸਾਲਾਂ ਨਾਲ ਤੋਂ ਨਾ ਕੋਸ਼ਿਸ਼ ਲਗਾਤਾਰ ਜਿਹੜੀ ਕੀਤੀ ਜਾ ਰਹੀ ਆ, ਕਾਹਦੇ ਲਈ ਕੀਤੀ ਜਾ ਰਹੀ ਆ। ਸੋ ਇਨ ਦਿਸ ਵੇ ਮਾਡਰਨ ਪੀਰੀਅਡ ਕਿ ਜਿਹੜਾ ਹੈਗਾ ਆਪਾਂ ਜਿਵੇਂ ਕਹਿ ਦਈਏ ਕਿ ਭਾਰਤ ਆ ਉਹਨੂੰ ਅੱਗੇ ਲਿਜਾਇਆ ਜਾ ਸਕੇ, ਤਰੱਕੀ ਦੇ ਰਸਤੇ 'ਤੇ ਹੋਰ ਲਿਜਾਇਆ ਜਾ ਸਕੇ। ਅਤੇ ਭਾਰਤ ਨੇ ਜਿਹੜਾ ਹੈਗਾ 65-66 ਸਾਲਾਂ ਦੇ ਵਿੱਚ ਕੋਸ਼ਿਸ਼ ਕਰਕੇ ਆ ਜਿਹੜਾ ਫਿਰ ਵੀ ਤਰੱਕੀ ਕਰਕੇ ਉਹ ਜਿਹੜਾ ਮਹਾਨ ਦੇਸ਼ ਆ ਨਾ ਉਹਨਾਂ ਵਿੱਚ ਅੱਗੇ ਆ ਗਿਆ। ਨੈਕਸਟ ਕੰਟੀਨਿਊ ਕਰਦੇ ਹਾਂ। ਸੋ ਇਨ ਦਿਸ ਵੇ ਮਾਡਰਨ ਪੀਰੀਅਡ ਇਜ਼ ਫੁੱਲ ਆਫ ਟੈਂਸ਼ਨਸ। ਇਹਨਾਂ ਸਾਰਿਆਂ ਨੂੰ ਪੜ੍ਹਨ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਆਧੁਨਿਕ ਕਾਲ ਸੀਗਾ ਉਹ ਫੁੱਲ ਆਫ ਕਾਹਦੇ ਨਾਲ ਸੀ ਕਿ ਟੈਂਸ਼ਨਸ ਨਾਲ ਭਰਿਆ ਹੋਇਆ ਸੀ, ਪ੍ਰੈਸ਼ਰ ਐਂਡ ਚੈਲੰਜਸ ਐਂਡ ਅਪਸ ਐਂਡ ਡਾਊਨਸ। ਕਿ ਜਿਹੜਾ ਸੀਗਾ ਆਧੁਨਿਕ ਕਾਲ ਸੀਗਾ ਬਹੁਤ ਸਾਰੇ ਤਣਾਅ, ਦਬਾਅ, ਚੁਣੌਤੀਆਂ ਅਤੇ ਉਤਰਾਅ ਚੜ੍ਹਾਅ ਦੇ ਨਾਲ ਜਿਹੜਾ ਸੀ ਉਹ ਭਰਿਆ ਹੋਇਆ ਸੀਗਾ। ਬਟ ਸਟਿਲ ਗ੍ਰੈਜੂਅਲੀ ਵੀ ਦਾ ਇੰਡੀਅਨਸ ਆਰ ਟਰਾਈੰਗ ਅਵਰ ਬੈਸਟ ਫॉर ਮੋਰ ਪ੍ਰੋਗਰੈਸ ਐਂਡ ਪ੍ਰੋਸਪੈਰਿਟੀ। ਪਰੰਤੂ ਅਜੇ ਵੀ ਜਿਹੜੇ ਸੀਗੇ ਅਸੀਂ ਭਾਰਤੀ ਲੋਕ ਹੌਲੀ ਹੌਲੀ ਉੱਨਤ ਅਤੇ ਖੁਸ਼ਹਾਲ ਹੋਣ ਦੀ ਜਿਹੜੀ ਸੀਗੀ ਆਪਣੀ ਕੋਸ਼ਿਸ਼ ਕਰ ਰਹੇ ਸੀ। ਨੈਕਸਟ ਹੈ ਮੇਜਰ ਡਿਵੈਲਪਮੈਂਟਸ ਡਿਊਰਿੰਗ ਮਾਡਰਨ ਪੀਰੀਅਡ। ਹੁਣ ਆਧੁਨਿਕ ਕਾਲ ਦੌਰਾਨ ਜਿਹੜੀਆਂ ਪ੍ਰਮੁੱਖ ਪ੍ਰਗਤੀਆਂ ਹੋਈਆਂ ਉਹ ਕਿਹੜੀਆਂ ਹੋਈਆਂ, ਇਹਦੇ ਵਿੱਚ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਮੈਂ ਉਹਨਾਂ ਨੂੰ ਅੰਡਰਲਾਈਨ ਕਰਦੀ ਹਾਂ, ਉਹ ਯਾਦ ਰੱਖਣ ਵਾਲੀਆਂ ਨੇ। 18th century is regarded as the darkest period in Indian history
because during this period after the downfall of Mughal emperor there started a struggle for supremacy not only among the regional powers but also among the foreign powers। ਕਿ ਜਿਹੜਾ 18ਵੀਂ ਸਦੀ ਦਾ ਕਾਲ ਆ ਉਸ ਨੂੰ ਪਤਨ ਦਾ ਯੁੱਗ ਸਮਝਿਆ ਜਾਂਦਾ ਵਾ, ਕਿਉਂਕਿ ਇਸ ਕਾਲ ਵਿੱਚ ਕੀ ਆ, ਮੁਗਲ ਸਾਮਰਾਜ ਆ ਜਿਹੜਾ ਉਹਦਾ ਤਾਂ ਪਤਨ ਹੋ ਗਿਆ ਸੀ ਅਤੇ ਉਹ ਤੋਂ ਬਾਅਦ ਕੇਵਲ ਸਥਾਨਕ ਤਾਕਤਾਂ ਦੁਆਰਾ ਜਿਹੜਾ ਸੀਗਾ ਕਿ ਸਥਾਨਕ ਅਤੇ ਵਿਦੇਸ਼ੀ ਤਾਕਤਾਂ ਦੇ ਵਿਚਕਾਰ ਆਪਸੀ ਸਰਵਉੱਚਤਾ ਜਿਹੜੀ ਸੀਗੀ ਉਹ ਕਹਿੰਦੇ ਸੀ ਕਿ ਅਸੀਂ ਅੱਗੇ ਆਉਣਾ ਵਾ, ਜਿਹੜੇ ਵਿਦੇਸ਼ੀ ਸੀ ਉਹ ਕਹਿੰਦੇ ਸੀ ਕਿ ਅਸੀਂ ਅੱਗੇ ਆਉਣਾ ਵਾ। ਉਹਨਾਂ ਵਿੱਚ ਆਪਣੇ ਆਪ ਨੂੰ ਜਿਹੜਾ ਸੀ ਬੈਸਟ ਸਾਬਿਤ ਕਰਨ ਦੇ ਲਈ ਜਿਹੜਾ ਸੀ ਸੰਘਰਸ਼ ਹੋਣਾ ਸ਼ੁਰੂ ਹੋ ਗਿਆ ਸੀਗਾ। ਨੈਕਸਟ ਕੰਟੀਨਿਊ ਕਰਦੇ ਹਾਂ। ਬਾਈ ਟੇਕਿੰਗ ਦਾ ਐਡਵਾਂਟੇजेस ਆਫ ਦਾ weakness of the Mughal empire many regional powers declared themselves independent। ਹੁਣ ਜਿਹੜਾ ਮੁਗਲ ਸਾਮਰਾਜ ਸੀ ਜਦੋਂ ਕਮਜ਼ੋਰ ਹੋ ਗਿਆ ਸੀ ਤਾਂ ਬਹੁਤ ਸਾਰੇ ਜਿਹੜੀਆਂ ਦੇਸੀ ਰਿਆਸਤਾਂ ਸੀ ਉਹਨਾਂ ਨੇ ਆਪਣੇ ਆਪ ਨੂੰ ਸੁਤੰਤਰ ਜਿਹੜਾ ਸੀ ਘੋਸ਼ਿਤ ਕਰਨਾ ਸ਼ੁਰੂ ਕਰਤਾ ਸੀਗਾ। ਇੰਪੋਰਟੈਂਟ ਫੈਕਟ ਇਹ ਹੈ ਕਿ ਇਨ 1724 AD ਨਿਜ਼ਾਮੁਲ ਮੁਲਕ ਫਾਊਂਡਡ ਦਾ ਇੰਡੀਪੈਂਡੈਂਟ ਸਟੇਟ ਆਫ ਹੈਦਰਾਬਾਦ। ਕਿ 1724 ਈਸਵੀ ਵਿੱਚ ਜਿਹੜਾ ਨਿਜ਼ਾਮੁਲ ਮੁਲਕ ਸੀਗਾ ਉਹਨੇ ਹੈਦਰਾਬਾਦ ਨੂੰ ਇੱਕ ਸੁਤੰਤਰ ਰਾਜ ਘੋਸ਼ਿਤ ਕਰਤਾ ਸੀ। ਆਫਟਰ ਦਿਸ ਬਿਕੋਜ਼ ਆਫ ਦਾ ਲੈਕ ਆਫ ਸੈਂਟਰਲ ਪਾਵਰ, ਇਹ ਤੋਂ ਬਿਨਾਂ ਜਿਹੜਾ ਜਦੋਂ ਸੈਂਟਰ ਦੀ ਸਰਕਾਰ ਹੀ ਕਮਜ਼ੋਰ ਹੋ ਗਈ ਸੀਗੀ, ਮੁਰਸ਼ਦ ਕੁਲੀ ਖਾਨ ਐਂਡ ਅਲੀ ਵਰਦੀ ਖਾਨ ਫਾਊਂਡਡ ਇੰਡੀਪੈਂਡੈਂਟ ਸਟੇਟ ਆਫ ਬੰਗਾਲ। ਇਹਨਾਂ ਨੇ ਬੰਗਾਲ ਜਿਹੜਾ ਸੀ ਉਹਨੂੰ ਸੁਤੰਤਰ ਰਾਜ ਘੋਸ਼ਿਤ ਕਰਤਾ ਸੀ। ਇਨ 1739 AD, ਇਹ ਵੀ ਇੰਪੋਰਟੈਂਟ ਹੈ, ਸ਼ਦਤ ਖਾਨ ਮੇਡ ਅਵਧ ਐਨ ਇੰਡੀਪੈਂਡੈਂਟ ਸਟੇਟ। ਜਿਹੜਾ ਸ਼ਦਤ ਖਾਨ ਸੀਗਾ ਉਹਨੇ ਅਵਧ ਨੂੰ ਜਿਹੜਾ ਸੀ ਇੱਕ ਸੁਤੰਤਰ ਰਾਜ ਘੋਸ਼ਿਤ ਕਰਤਾ ਸੀ। ਕਦੋਂ? 1739 ਈਸਵੀ ਦੇ ਵਿੱਚ। ਆਫਟਰ ਹੈਦਰਾਬਾਦ ਇਨ ਸਾਊਥ ਮਾਈਸੂਰ ਸਟੇਟ ਵਾਜ ਫਾਊਂਡਡ ਵਿਚ ਪ੍ਰੋਗਰੈਸਡ ਅੰਡਰ ਦਾ ਹੈਦਰ ਅਲੀ ਐਂਡ ਟੀਪੂ ਸੁਲਤਾਨ। ਅਤੇ ਇਹਨਾਂ ਸਾਰਿਆਂ ਤੋਂ ਬਾਅਦ ਜਿਹੜਾ ਮੈਸੂਰ ਸੀਗਾ ਜਿਹੜਾ ਹੈਦਰ ਅਲੀ ਅਤੇ ਉਸਦੇ ਪੁੱਤਰ ਟੀਪੂ ਸੁਲਤਾਨ ਦੇ ਅੰਡਰ ਸੀਗਾ। ਮਰਾਠਾਜ਼ ਆਲਸੋ ਟੁੱਕ ਦਾ ਐਡਵਾਂਟੇਜ ਆਫ ਦਾ ਸਿਚੁਏਸ਼ਨ ਐਂਡ ਸਟਾਰਟਡ ਅਟੈਕਿੰਗ ਮੁਗਲ ਟੈਰੀਟਰੀਜ਼। ਅਤੇ ਇਹਨਾਂ ਦੋਨਾਂ ਨੇ ਕੀ ਸੀਗਾ ਕਿ ਰਲ ਕੇ ਇਸ ਚੀਜ਼ ਦਾ ਫਾਇਦਾ ਉਠਾਇਆ ਕਿ ਮੁਗਲ ਸਾਮਰਾਜ ਕਮਜ਼ੋਰ ਹੋ ਗਿਆ ਅਤੇ ਉਹਨਾਂ ਦੇ ਜਿਹੜੇ ਏਰੀਏ ਸੀ ਉਹਨਾਂ ਉੱਪਰ ਵੀ ਹਮਲਾ ਕਰਨਾ ਸ਼ੁਰੂ ਕਰਤਾ ਸੀਗਾ। ਨੈਕਸਟ ਹੈ ਯੂਰਪੀਅਨ ਪਾਵਰਸ ਲਾਈਕ, ਕਿਹੜੀ ਯੂਰਪੀਅਨ ਪਾਵਰਸ? ਪੁਰਤਗਾਲ, ਡੱਚ, ਫਰੈਂਚ ਐਂਡ ਬ੍ਰਿਟਿਸ਼। ਪੁਰਤਗਾਲੀ ਜਿਹੜੇ ਸੀਗੇ, ਡੱਚ ਸੀਗੇ, ਫਰਾਂਸੀਸੀ ਸੀਗੇ ਅਤੇ ਜਿਹੜੇ ਅੰਗਰੇਜ਼ ਸੀ। ਆਲਸੋ ਟੁੱਕ ਦਾ ਐਡਵਾਂਟੇਜ ਆਫ ਸਿਚੁਏਸ਼ਨ, ਇਹਨਾਂ ਨੇ ਵੀ ਕੀ ਸੀਗਾ ਕਿ ਜਿਹੜੀ ਉਸ ਸਮੇਂ ਦੀ ਸਿਚੁਏਸ਼ਨ ਸੀਗੀ ਉਹਦਾ ਫਾਇਦਾ ਉਠਾਇਆ ਉਸ ਸਮੇਂ ਦੀ ਸਥਿਤੀ ਦਾ। ਐਂਡ ਟਰਾਈ ਟੂ ਫਾਊਂਡ ਦੇਅਰ ਰੂਲ ਇਨ ਇੰਡੀਆ, ਅਤੇ ਇੰਡੀਆ ਵਿੱਚ ਆਪਣਾ ਜਿਹੜਾ ਸੀਗਾ ਸ਼ਾਸਨ ਸਥਾਪਿਤ ਕਰਨ ਦਾ ਜਿਹੜਾ ਹੈਗਾ ਵਾ ਇਹ ਟਰਾਈ ਕਰਨ ਲੱਗੇ ਸੀ ਉਹਦੇ ਲਈ। ਬਿਕੋਜ਼ ਆਫ ਦਿਸ 3 ਕਰਨਾਟਕ ਵਾਰਸ ਵਰ ਫੌਟ ਅਮੰਗ ਫਰੈਂਚ ਐਂਡ ਬ੍ਰਿਟਿਸ਼। ਇਸੇ ਕਾਰਨ ਨੂੰ ਲੈ ਕੇ ਜਿਹੜੇ ਸੀਗੇ ਫਰਾਂਸੀਸੀ ਸੀਗੇ ਅਤੇ ਜਿਹੜੇ ਅੰਗਰੇਜ਼ ਸੀਗੇ ਉਹਨਾਂ ਵਿੱਚ 3 ਕਰਨਾਟਕ ਦੇ ਯੁੱਧ ਹੋਏ ਸੀਗੇ ਜਿਨ੍ਹਾਂ ਦਾ ਟਾਈਮ ਪੀਰੀਅਡ ਹੈ ਇਹ ਇੰਪੋਰਟੈਂਟ ਆ 1744 to 1763। 1744 ਤੋਂ ਲੈ ਕੇ 1763 ਈਸਵੀ ਦੇ ਵਿੱਚ ਜਿਹੜੀਆਂ ਸੀ ਕਰਨਾਟਕ ਦੀਆਂ 3 ਜਿਹੜੇ ਸੀ ਯੁੱਧ ਲੜੇ ਗਏ ਸੀਗੇ। ਉਹਨਾਂ ਵਿੱਚੋਂ ਇਨ ਵਿੱਚ ਬ੍ਰਿਟਿਸ਼ ਗੌਟ ਵਿਕਟਰੀਜ਼, ਪਰ ਜਿਹੜੀ ਜਿੱਤ ਕਿਹਨਾਂ ਦੀ ਹੋਈ ਸੀਗੀ? ਬ੍ਰਿਟਿਸ਼ ਦੀ। ਜਿਹੜੇ ਅੰਗਰੇਜ਼ ਸੀ ਉਹਨਾਂ ਦੀ ਜਿੱਤ ਹੋਈ ਸੀ। ਫਰਾਂਸੀਸੀਆਂ ਨੂੰ ਇਹਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਨੈਕਸਟ ਕੰਟੀਨਿਊ ਕਰਦੇ ਹਾਂ। ਆਫਟਰ ਦਾ ਡਾਊਨਫਾਲ ਆਫ ਦਾ ਮੁਗਲ ਇੰਪਾਇਰ ਇਕੋਨਮੀ ਆਫ ਦਾ ਕੰਟਰੀ ਸਫਰਡ ਬਿਕੋਜ਼ ਆਫ ਦਾ ਡਿਸਟਰਬੈਂਸ ਐਂਡ ਲਾ ਐਂਡ ਆਰਡਰ ਪ੍ਰੋਬਲਮ। ਇਹ ਤੋਂ ਬਾਅਦ ਕੀ ਹੈ ਕਿ ਯੂਰਪੀਅਨ ਸ਼ਕਤੀਆਂ ਜਿਹੜੀਆਂ ਸੀਗੀਆਂ ਜਦੋਂ ਉਹਨਾਂ ਨੇ ਇੱਦਾਂ ਮਤਲਬ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਸਾਰੇ ਕਾਸੇ 'ਤੇ, ਤਾਂ ਕੀ ਹੋਇਆ ਸੀਗਾ ਕਿ ਜਿਹੜੀ ਇੰਡੀਆ ਦੀ ਆਪਾਂ ਕਹਿ ਦਈਏ ਇਕਨੋਮਿਕ ਸਥਿਤੀ ਸੀਗੀ ਉਹਦਾ ਵੀ ਕਾਫੀ ਜ਼ਿਆਦਾ ਲੋਸ ਹੋ ਰਿਹਾ ਸੀਗਾ ਇਹਦੇ ਨਾਲ। ਬ੍ਰਿਟਿਸ਼ ਗੌਟ ਮੋਨੋਪੋਲੀ ਓਵਰ ਇੰਡੀਅਨ ਟ੍ਰੇਡ। ਹੁਣ ਕਿਉਂਕਿ ਜਿਹੜਾ ਇੰਡੀਆ ਦਾ ਵਪਾਰ ਸੀ ਨਾ ਉਹਦੇ 'ਤੇ ਪੂਰੀ ਤਰ੍ਹਾਂ ਅੰਗਰੇਜ਼ਾਂ ਦਾ ਅਧਿਕਾਰ ਹੋ ਚੁੱਕਿਆ ਸੀ। ਇੰਡੀਅਨ ਆਰਟ ਐਂਡ ਕਰਾਫਟ ਰੂਇਨਡ ਵਿਚ ਵਾਜ ਵੈਰੀ ਪਾਪੂਲਰ ਇਨ ਦਾ ਵਰਲਡ। ਜਿਹੜੇ ਪੂਰੇ ਸੰਸਾਰ ਵਿੱਚ ਇੰਡੀਆ ਦੀ ਜਿਹੜੀ ਕਲਾ ਸੀ, ਜਿਹੜਾ ਆਰਟ ਸੀਗਾ ਹੈ ਨਾ, ਕਰਾਫਟ ਦਾ ਕੰਮ, ਜਿਵੇਂ ਆਪਾਂ ਹੱਥੀਂ ਕੰਮ ਜਿਹੜਾ ਕਹਿ ਦਈਏ ਸੀਗਾ, ਬਹੁਤ ਪ੍ਰਸਿੱਧ ਸੀਗਾ। ਇਸ ਤਰ੍ਹਾਂ ਦੀਆਂ ਬਣੀਆਂ ਚੀਜ਼ਾਂ ਉਹ ਵੀ ਹੁਣ ਕੀ ਸੀਗੀਆਂ, ਹੌਲੀ ਹੌਲੀ ਪਤਨ ਵੱਲ ਜਾਣ ਲੱਗੀਆਂ ਸੀਗੀਆਂ। ਅੱਗੇ ਹੈ ਮੇਨ ਸੋਰਸ ਆਫ ਮਾਡਰਨ ਇੰਡੀਅਨ ਹਿਸਟਰੀ। ਉੱਪਰ ਆਪਾਂ ਜਿੰਨਾ ਵੀ ਲੈਸਨ ਪੜ੍ਹਿਆ ਉਹਦੇ ਵਿੱਚ ਮੈਂ ਤੁਹਾਨੂੰ ਮਾਡਰਨ ਹਿਸਟਰੀ ਬਾਰੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਦਿੱਤੀ ਆ, ਪਰ ਉਹ ਇਨਫੋਰਮੇਸ਼ਨ ਆਪਾਂ ਨੂੰ ਕਿਹੜੀਆਂ ਚੀਜ਼ਾਂ ਤੋਂ ਮਿਲਦੀ ਆ? ਉਹਦੇ ਵੀ ਕੁਝ ਸੋਰਸ ਹੁੰਦੇ ਆ, ਹਰੇਕ ਇਤਿਹਾਸ ਦੇ ਕੋਈ ਨਾ ਕੋਈ ਸੋਰਸ ਹੁੰਦੇ ਜਿਨ੍ਹਾਂ ਤੋਂ ਆਪਾਂ ਨੂੰ ਉਹਦੀ ਇਨਫੋਰਮੇਸ਼ਨ ਮਿਲਦੀ ਆ। ਠੀਕ ਹੈ, ਹੁਣ ਆਪਾਂ ਪੜ੍ਹ ਰਹੇ ਕਿ ਮਾਡਰਨ ਹਿਸਟਰੀ ਦੇ ਸੋਰਸ ਆ ਜਿਹੜੇ ਕਿਹੜੇ ਆ। ਹਿਸਟਰੀ ਇਜ਼ ਬੇਸਡ ਔਨ ਫੈਕਟ, ਕਿ ਜਿਹੜੀ ਹਿਸਟਰੀ ਆ ਉਹ ਕਿਹਦੇ 'ਤੇ ਆਧਾਰਿਤ ਆ? ਹਿਸਟਰੀ ਇਜ਼ ਬੇਸਡ ਔਨ ਫੈਕਟ। ਫੈਕਟਸ ਮਤਲਬ ਕਿ ਉਹ ਤੱਥਾਂ 'ਤੇ ਆਧਾਰਿਤ ਆ। ਟੂ ਰੀਕਨਸਟਰਕਟ ਦਾ ਹਿਸਟਰੀ ਹਿਸਟੋਰੀਅਨਸ ਹੈਵ ਟੂ ਡਿਪੈਂਡ ਔਨ ਵੇਰੀਅਸ ਸੋਰਸ। ਹਿਸਟਰੀ ਹੈ ਜਿਹੜੀ ਉਹਨੂੰ ਲਿਖਣ ਦੇ ਲਈ ਜਿਹੜੇ ਹੈ ਨਾ ਕਹਿ ਦਈਏ ਆਪਾਂ ਇਤਿਹਾਸਕਾਰ ਨੇ ਉਹਨਾਂ ਨੂੰ ਅਲੱਗ-ਅਲੱਗ ਜਿਹੜੇ ਸਰੋਤ ਨੇ ਉਹਨਾਂ ਉੱਪਰ ਡਿਪੈਂਡ ਰਹਿਣਾ ਪੈਂਦਾ। ਟੂ ਨੋ ਅਬਾਊਟ ਦਾ ਮਾਡਰਨ ਇੰਡੀਅਨ ਹਿਸਟਰੀ ਦੇਅਰ ਆਰ ਮੈਨੀ ਸੋਰਸਸ, ਸਮ ਆਫ ਦੈਮ
ਆਰ ਮੈਂਸ਼ਨਡ ਬਿਲੋ, ਕਹਿੰਦੇ ਬਹੁਤ ਸਾਰੇ ਸੋਰਸ ਨੇ ਜਿਨ੍ਹਾਂ ਤੋਂ ਜਾਣਕਾਰੀ ਮਿਲਦੀ ਆ, ਬਟ ਕੁਛ ਇਹੋ ਜਿਹੇ ਜਿਹੜੇ ਅਸੀਂ ਹੇਠਾਂ ਤੁਹਾਨੂੰ ਦਿੱਤੇ ਆ ਪੜ੍ਹਨ ਲਈ, ਜਿਹਦੇ ਵਿੱਚ ਫਸਟ ਆਪਾਂ ਨੂੰ ਦਿੱਤਾ ਹੋਇਆ ਬੁੱਕਸ। ਵਿਦ ਦਾ ਇਨਵੈਂਸ਼ਨ ਆਫ ਦਾ ਪ੍ਰਿੰਟਿੰਗ ਪ੍ਰੈਸ ਓਨਲੀ ਬੁੱਕਸ ਵਰ ਪਬਲਿਸ਼ਡ ਇਨ ਇੰਗਲਿਸ਼ ਐਜ਼ ਵੈਲ ਐਜ਼ ਇਨ ਇੰਡੀਅਨ ਲੈਂਗੁਏਜ। ਜਿਵੇਂ ਕਹਿੰਦੇ ਪ੍ਰਿੰਟਿੰਗ ਪ੍ਰੈਸ ਦੀ ਖੋਜ ਹੋਈ ਤਾਂ ਕੀ ਆ ਕਿ ਜਿਹੜੀਆਂ ਬੁੱਕਸ ਸੀਗੀਆਂ ਬਹੁਤ ਜ਼ਿਆਦਾ ਮਾਤਰਾ ਵਿੱਚ ਲਿਖੀਆਂ ਜਾਣ ਲੱਗੀਆਂ। ਉਹ ਕਿਹੜੀ ਲੈਂਗੁਏਜ 'ਚ, ਇੱਕ ਤਾਂ ਇੰਗਲਿਸ਼ ਵਿੱਚ, ਦੈਨ ਨਾਲ ਹੀ ਉਹ ਕੀ ਸੀਗਾ ਕਿ ਇੰਡੀਅਨ ਲੈਂਗੁਏਜ ਦੇ ਵਿੱਚ, ਭਾਰਤੀ ਭਾਸ਼ਾਵਾਂ ਦੇ ਵਿੱਚ ਵੀ ਲਿਖੀਆਂ ਜਾਣ ਲੱਗੀਆਂ ਸੀ। ਥਰੂ ਦੀਜ਼ ਬੁੱਕਸ ਵੀ ਗੈਟ ਦਾ ਨੌਲੇਜ ਅਬਾਊਟ ਦਾ ਪ੍ਰੋਗਰੈਸ ਮੇਡ ਬਾਏ ਮੈਨ ਇਨ ਦਾ ਫੀਲਡ ਲਾਈਕ। ਹੁਣ ਇਹ ਬੁੱਕਸ ਆ ਜਿਹੜੀਆਂ ਉਹਦੇ ਵਿੱਚ ਆਪਾਂ ਨੂੰ ਮਨੁੱਖ ਦੀ ਜਿਹੜੀ ਤਰੱਕੀ ਬਾਰੇ ਜਿਹੜੀ ਇਹ ਜਾਣਕਾਰੀ ਮਿਲਦੀ ਹੈ। ਕਿਹੜੀ ਤਰੱਕੀ ਬਾਰੇ? ਕਿ ਉਹਨੇ ਆਰਟ ਦੇ ਖੇਤਰ ਵਿੱਚ, ਲਿਟਰੇਚਰ ਸਾਹਿਤ ਦੇ ਖੇਤਰ ਵਿੱਚ, ਸਾਇੰਸ ਜਾਂ ਹਿਸਟਰੀ ਜਾਂ ਮਿਊਜ਼ਿਕ, ਜਿਹੜੇ ਵੀ ਆਪਾਂ ਕਹਿ ਦਈਏ ਖੇਤਰ ਆ, ਉਹਦੇ ਵਿੱਚ ਕੀ ਤਰੱਕੀ ਹਾਸਲ ਕਰੀ ਆ। ਵਾਈ ਰੀਡਿੰਗ ਦੀਜ਼ ਬੁੱਕਸ ਵੀ ਕੈਨ ਗੈਟ ਦਾ ਇੰਸਪਾਇਰੇਸ਼ਨ ਫॉर ਮੋਰ ਪ੍ਰੋਗਰੈਸ। ਇਹਨਾਂ ਬੁੱਕਸ ਨੂੰ ਪੜ੍ਹਨ ਤੋਂ ਬਾਅਦ ਕੀ ਹੈ ਕਿ ਸਾਨੂੰ ਤਰੱਕੀ ਦੇ ਖੇਤਰ ਬਾਰੇ ਹੋਰ ਜਾਣਕਾਰੀ ਮਿਲਦੀ ਹੈ ਕਿ ਸਾਨੂੰ ਕਿਵੇਂ ਉਹਦੇ ਵੱਲ ਅੱਗੇ ਵਧਣਾ ਚਾਹੀਦਾ ਵਾ। ਨੈਕਸਟ ਕੰਟੀਨਿਊ ਕਰਦੇ ਹਾਂ। ਗੌਰਮੈਂਟ ਡਾਕੂਮੈਂਟਸ ਯਾਨੀ ਕਿ ਸਰਕਾਰੀ ਦਸਤਾਵੇਜ਼। ਗੌਰਮੈਂਟ ਡਾਕੂਮੈਂਟਸ ਆਰ ਇੰਪੋਰਟੈਂਟ ਸੋਰਸ ਆਫ ਦਾ ਮੋਡਰਨ ਇੰਡੀਅਨ ਹਿਸਟਰੀ। ਇਹ ਵੀ ਜਿਹੜੇ ਕੀ ਨੇ ਮੋਡਰਨ ਇੰਡੀਅਨ ਹਿਸਟਰੀ ਦੇ ਇੱਕ ਆਪਾਂ ਕਹਿ ਦਈਏ ਕਿਤਾਬਾਂ ਦੀ ਤਰ੍ਹਾਂ ਮਹੱਤਵਪੂਰਨ ਸਰੋਤ ਰਹੇ ਨੇ। ਬਾਏ ਸਟੱਡਿੰਗ ਦੀਸ ਵੀ ਗੈਟ ਦਾ ਨੌਲੇਜ ਆਫ ਦਾ ਮਿਊਚੁਅਲ ਰਿਲੇਸ਼ਨਸ ਐਂਡ ਦਾ ਵੇ ਹਾਊ ਦਾ ਬ੍ਰਿਟਿਸ਼ ਕੰਟਰੋਲਡ ਦਾ ਇੰਡੀਅਨ ਸਟੇਟਸ। ਇਹਨਾਂ ਨੂੰ ਪੜ੍ਹਨ ਤੋਂ ਬਾਅਦ ਸਾਨੂੰ ਜਿਹੜੀ ਹੈਗੀ ਵੱਖ-ਵੱਖ ਭਾਰਤੀ ਤਾਕਤਾਂ ਦੇ ਬਾਰੇ, ਇਹਨਾਂ ਦਾ ਅਧਿਐਨ ਕਰਨ ਦੇ ਨਾਲ ਸਾਨੂੰ ਜਿਹੜੀਆਂ ਵੱਖ-ਵੱਖ ਭਾਰਤੀ ਜਾਂ ਵਿਦੇਸ਼ੀ ਤਾਕਤਾਂ ਸੀਗੀਆਂ, ਠੀਕ ਹੈ, ਉਹਨਾਂ ਦੇ ਆਪਸੀ ਵਿਹਾਰ ਦੇ ਬਾਰੇ ਪਤਾ ਲੱਗਦਾ ਵਾ। ਨੈਕਸਟ ਹੈ ਕਿ ਅੰਗਰੇਜ਼ਾਂ ਨੇ ਜਿਹੜਾ ਹੈਗਾ ਭਾਰਤੀ ਤਾਕਤਾਂ ਨੂੰ ਕਿਵੇਂ ਆਪਣੇ ਅਧੀਨ ਕੀਤਾ, ਇਹਦੇ ਬਾਰੇ ਵੀ ਜਾਣਕਾਰੀ ਮਿਲਦੀ ਆ। ਕੰਟੀਨਿਊ ਕਰਦੇ ਹਾਂ। ਫਰੋਮ ਦੀਜ਼ ਗੌਰਮੈਂਟ ਡਾਕੂਮੈਂਟਸ ਵੀ ਆਲਸੋ ਗੈਟ ਨੌਲੇਜ ਅਬਾਊਟ ਦਾ ਵੇਜ਼ ਦਾ ਬ੍ਰਿਟਿਸ਼ ਐਕਸਪਲੋਇਟਡ ਇੰਡੀਅਨ ਇਕਨੋਮਿਕਲੀ। ਇਹ ਤੋਂ ਇਹ ਪਤਾ ਲੱਗਦਾ ਕਿ ਜਿਹੜੇ ਅੰਗਰੇਜ਼ ਉਹਨਾਂ ਨੇ ਕਿਵੇਂ ਭਾਰਤ ਦੀ ਜਿਹੜੀ ਆਰਥਿਕਤਾ ਵਾ ਉਹਦੇ 'ਤੇ ਆਪਣਾ ਜਿਹੜਾ ਸੀ ਕੰਟਰੋਲ ਇੱਕ ਤਰ੍ਹਾਂ ਨਾਲ ਕੀਤਾ ਸੀਗਾ। ਨੈਕਸਟ ਹੈ ਨਿਊਜ਼ਪੇਪਰਸ, ਮੈਗਜ਼ੀਨਸ, ਪੰਫਲੇਟਸ ਐਕਸਟਰਾ, ਜਿਵੇਂ ਆਪਾਂ ਕਹਿ ਦਈਏ ਅਖਬਾਰਾਂ, ਮੈਗਜ਼ੀਨ ਅਤੇ ਰਸਾਲੇ। ਵੀ ਗੈਟ ਇਨਫੋਰਮੇਸ਼ਨ ਥਰੂ ਨਿਊਜ਼ਪੇਪਰ, ਮੈਗਜ਼ੀਨ ਐਂਡ ਪੰਫਲੇਟਸ ਅਬਾਊਟ ਦਾ ਮਾਡਰਨ ਪੀਰੀਅਡ ਆਫ ਇੰਡੀਅਨ ਹਿਸਟਰੀ ਵਿਚ ਵਰ ਪਬਲਿਸ਼ਡ ਇਨ ਇੰਡੀਆ ਇਨ ਡਿਫਰੈਂਟ ਲੈਂਗੁਏਜ। ਕਹਿੰਦੇ ਇੰਡੀਆ ਦੇ ਵਿੱਚ ਉਦੋਂ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਜਿਹੜੇ ਅਖਬਾਰ, ਰਸਾਲੇ ਜਾਂ ਨਾ ਜਿਹੜੇ ਮੈਗਜ਼ੀਨ ਸੀਗੇ ਉਹ ਛਪਦੇ ਹੁੰਦੇ ਸੀਗੇ, ਉਹਨਾਂ ਤੋਂ ਵੀ ਸਾਨੂੰ ਉਸ ਸਮੇਂ ਦੀ ਜਾਣਕਾਰੀ ਮਿਲਦੀ ਆ। ਉਹ ਜਿਹੜੇ ਮੈਗਜ਼ੀਨ ਵਗੈਰਾ ਹੁੰਦੇ ਸੀ ਉਹ ਇੰਡੀਅਨ ਲੈਂਗੁਏਜ ਵਿੱਚ ਵੀ ਹੁੰਦੇ ਸੀਗੇ। ਅੱਗੇ ਸਮ ਆਫ ਦਾ ਨਿਊਜ਼ਪੇਪਰ ਲਾਈਕ ਦਾ, ਕੁਛ ਨਿਊਜ਼ਪੇਪਰਸ ਦੇ ਆਪਾਂ ਨੂੰ ਨਾਮ ਦਿੱਤੇ ਗਏ ਆ ਕਿਹੜੇ-ਕਿਹੜੇ। ਦਾ ਟ੍ਰਿਬਿਊਨ, ਦਾ ਟਾਈਮਸ ਆਫ ਇੰਡੀਆ ਆਰ ਸਟਿਲ ਇਨ ਪਬਲੀਕੇਸ਼ਨ। ਇਹ ਉਸ ਸਮੇਂ ਦੇ ਜਿਹੜੇ ਸੀਗੇ ਅਖਬਾਰ ਜਿਹੜੇ ਸੀਗੇ ਛਪਦੇ ਸੀਗੇ। ਨੈਕਸਟ ਕੰਟੀਨਿਊ ਕਰਦੇ ਹਾਂ। ਹਿਸਟਰੀਕਲ ਬਿਲਡਿੰਗਸ, ਹਾਂਜੀ ਕਿਸੇ ਵੀ ਸਮੇਂ ਦਾ ਇਤਿਹਾਸ ਹੋਵੇ ਉਹਨਾਂ ਸਾਰਿਆਂ ਦੇ ਵਿੱਚ ਨਾ ਜਿਹੜੀਆਂ ਹਿਸਟਰੀਕਲ ਬਿਲਡਿੰਗਸ ਹੁੰਦੀਆਂ ਨੇ ਉਹਨਾਂ ਦਾ ਬਹੁਤ ਮਹੱਤਵਪੂਰਨ ਸਥਾਨ ਹੁੰਦਾ, ਉਹਨਾਂ ਤੋਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਮਿਲਦੀ ਆ। ਇਤਿਹਾਸਿਕ ਸਮਾਰਕ ਜਿਨ੍ਹਾਂ ਨੂੰ ਆਪਾਂ ਕਹਿ ਦਈਏ। ਹਿਸਟਰੀਕਲ ਬਿਲਡਿੰਗਸ ਆਰ ਆਲਸੋ ਦਾ ਮੇਨ ਸੋਰਸ ਆਫ ਮਾਡਰਨ ਇੰਡੀਅਨ ਹਿਸਟਰੀ। ਇਹ ਮਾਡਰਨ ਇੰਡੀਅਨ ਹਿਸਟਰੀ ਆਧੁਨਿਕ ਇਤਿਹਾਸ ਦੇ ਮੁੱਖ ਸੋਰਸ ਹੁੰਦੇ ਆ। ਵੀ ਸਟੈਲ ਸੀ ਦੀਜ਼ ਬਿਲਡਿੰਗਸ ਅਰਾਊਂਡ ਅਸ ਈਵਨ ਟੂਡੇ। ਇਹ ਬਿਲਡਿੰਗਸ ਆਪਾਂ ਅੱਜ ਵੀ ਆਪਣੇ ਆਲੇ ਦੁਆਲੇ ਦੇਖ ਸਕਦੇ ਹਾਂ। ਲਾਈਕ ਕਿਹੜੀਆਂ-ਕਿਹੜੀਆਂ ਨੇ? ਇੰਡੀਆ ਗੇਟ, ਬਿਰਲਾ ਹਾਊਸ, ਸੈਕਟਰੀਏਟਸ, ਪ੍ਰੈਜ਼ੀਡੈਂਟ ਹਾਊਸ, ਪਾਰਲੀਮੈਂਟ ਹਾਊਸ। ਇਹ ਸਾਰੀਆਂ ਬਿਲਡਿੰਗਸ ਨੇ ਜਿਹੜੀਆਂ ਮਾਡਰਨ ਹਿਸਟਰੀ ਦੇ ਟਾਈਮ ਦੀਆਂ ਨੇ। ਥਰੂ ਦੀਜ਼ ਹਿਸਟਰੀਕਲ ਬਿਲਡਿੰਗਸ ਵੀ ਗੈਟ ਦਾ ਇਨਫੋਰਮੇਸ਼ਨ ਅਬਾਊਟ ਡਿਫਰੈਂਟ ਸਟਾਈਲ ਐਂਡ ਟੈਕਨੀਕਸ ਆਫ ਇੰਡੀਅਨ ਆਰਕੀਟੈਕਚਰ ਇਨ ਦਾ ਰੀਸੈਂਟ ਪਾਸਟ। ਇਹ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਕਿ ਜਿਹੜੇ ਪਾਸਟ ਵਿੱਚ ਜਿਹੜੇ ਬਿਲਡਿੰਗਸ ਬਣਾਉਣ ਵਾਲੇ ਸੀਗੇ, ਕਲਾ ਉਸਾਰੀ ਸੀ, ਭਵਨ ਕਲਾ ਉਸਾਰੀ ਸੀਗੀ, ਉਹਦੇ ਵੱਖ-ਵੱਖ ਪਹਿਲੂਆਂ ਬਾਰੇ ਸਾਨੂੰ ਜਾਣਕਾਰੀ ਦਿੰਦੀਆਂ ਨੇ। ਲਾਸਟ ਹੈ ਆਪਣਾ ਪੇਂਟਿੰਗਸ ਐਂਡ ਸਕਲਪਚਰ, ਮਤਲਬ ਕਿ ਜਿਹੜੇ ਆਪਾਂ ਕਹਿ ਦਈਏ ਉਸ ਸਮੇਂ ਦੇ ਚਿੱਤਰ ਨੇ, ਚਿੱਤਰਕਾਰੀ ਆ ਜਾਂ ਫਿਰ ਬੁੱਤ ਕਲਾ ਵਾ। ਮੈਨੀ ਸਟੈਚੂਜ਼ ਐਂਡ ਪੇਂਟਿੰਗਸ ਆਰ ਆਲਸੋ ਇੰਪੋਰਟੈਂਟ ਹਿਸਟਰੀਕਲ ਸੋਰਸ। ਇਹ ਵੀ ਜਿਹੜੇ ਨੇ ਇਤਿਹਾਸ ਦੇ ਮਹੱਤਵਪੂਰਨ ਸਰੋਤ ਨੇ। ਦੀਜ਼ ਸੋਰਸਸ ਗਿਵਸ ਅਸ ਇਨਫੋਰਮੇਸ਼ਨ ਅਬਾਊਟ ਦਾ ਅਚੀਵਮੈਂਟ ਆਫ ਨੈਸ਼ਨਲ ਲੀਡਰਸ ਐਂਡ ਹਿਸਟਰੀਕਲ ਪਰਸਨੈਲਿਟੀਜ਼। ਇਹ ਸਾਨੂੰ ਜਿਹੜੇ ਆਪਾਂ ਕਹਿ ਦਈਏ ਕਿ ਚਿੱਤਰਕਾਰੀ ਆ ਜਾਂ ਬੁੱਤ ਕਲਾ, ਸਾਨੂੰ ਰਾਸ਼ਟਰੀ ਨੇਤਾਵਾਂ ਅਤੇ ਮਹਾਨ ਜਿਹੜੇ ਇਤਿਹਾਸਕ ਨੇ ਨਾ ਉਹਨਾਂ ਦੀਆਂ ਸ਼ਖਸੀਅਤ ਦੇ ਬਾਰੇ ਜਿਹੜੀਆਂ ਹੈਗੀਆਂ ਜਾਣਕਾਰੀ ਦਿੰਦੇ ਆ। ਨੈਕਸਟ ਆਪਾਂ ਨੂੰ ਜਿਹੜੇ ਮਾਡਰਨ ਹਿਸਟਰੀ ਦੀਆਂ ਬਿਲਡਿੰਗਸ ਨੇ ਉਹਨਾਂ ਦੀਆਂ ਫੋਟੋਜ਼ ਦਿਖਾਈਆਂ ਹੋਈਆਂ ਨੇ। ਫਸਟ ਪਿਕਸ ਜਿਹੜੀ ਹੈਗੀ ਉਹ ਹੈਗੀ ਆ ਪ੍ਰੈਜ਼ੀਡੈਂਟ ਹਾਊਸ ਦਿੱਲੀ। ਨੈਕਸਟ ਹੈ ਪਾਰਲੀਮੈਂਟ ਹਾਊਸ ਦਿੱਲੀ ਐਂਡ ਦਿਸ ਇਜ਼ ਦਾ ਪਿਕਚਰ ਆਫ ਇੰਡੀਆ ਗੇਟ ਦਿੱਲੀ। ਨੈਕਸਟ ਹੈ ਜੀ ਪੁਆਇੰਟਸ ਟੂ ਰਿਮੈਂਬਰ। ਜਿਹੜੇ ਇੰਪੋਰਟੈਂਟ ਪੁਆਇੰਟਸ ਇਸ ਲੈਸਨ ਵਿੱਚ ਆਏ ਨੇ ਉਹ ਮੈਂ ਤੁਹਾਨੂੰ ਮਾਰਕ ਕਰਵਾਵਾਂਗੀ। ਇੰਡੀਅਨ ਹਿਸਟਰੀ ਇਜ਼ ਡਿਵਾਈਡਡ ਇੰਟੂ 3 ਪਾਰਟਸ ਵਿੱਚ ਇੰਡੀਅਨ ਹਿਸਟਰੀ ਵੰਡੀ ਗਈ ਆ।
एंशियंट मेडिवल एंड मॉडर्न पीरियड। द इंडियन मॉडर्न पीरियड बिगेन इन द 18th सेंचुरी। इन द इंडिया ਦੇ ਵਿੱਚ ਜਿਹੜਾ मॉडर्न पीरियड ਆ ਆਧੁਨਿਕ ਪੀਰੀਅਡ ਆ ਕਦੋਂ ਸ਼ੁਰੂ ਹੋਇਆ 18th ਸੈਂਚੁਰੀ ਦੇ ਵਿੱਚ ਹੋਇਆ ਆਫਟਰ ਦਾ ਡੈਥ ਆਫ ਮੁਗਲ ਇੰਪਰਰ ਔਰੰਗਜ਼ੇਬ। ਇਹ ਚੀਜ਼ਾਂ ਐਗਜ਼ਾਮ ਦੇ ਲਈ ਇੰਪੋਰਟੈਂਟ ਨੇ। ਮੋਡਰਨ ਪੀਰੀਅਡ ਬਿਗੇਨ ਇਨ ਦਾ 16th ਸੈਂਚੁਰੀ ਇਨ ਯੂਰਪ। ਅਤੇ ਯੂਰਪ ਦੇ ਵਿੱਚ ਮੋਡਰਨ ਪੀਰੀਅਡ ਕਦੋਂ ਸਟਾਰਟ ਹੋਇਆ ਸੀ 16ਵੀਂ ਸਦੀ ਦੇ ਵਿੱਚ। ਇਨ 1724 AD ਨਿਜ਼ਾਮੁਲ ਮੁਲਕ ਫਾਊਂਡਡ ਐਨ ਇੰਡੀਪੈਂਡੈਂਟ ਸਟੇਟ ਆਫ ਹੈਦਰਾਬਾਦ। 1724 ਦੇ ਵਿੱਚ ਜਿਹੜਾ ਨਿਜ਼ਾਮੁਲ ਮੁਲਕ ਸੀਗਾ ਉਹਨੇ ਹੈਦਰਾਬਾਦ ਨੂੰ ਸੁਤੰਤਰ ਰਾਜ ਘੋਸ਼ਿਤ ਕੀਤਾ ਸੀ। ਇਨ 1734 AD ਸ਼ਦਤ ਖਾਨ ਮੇਡ ਅਵਧ ਐਨ ਇੰਡੀਪੈਂਡੈਂਟ ਸਟੇਟ। ਜਿਹੜਾ ਸ਼ਦਤ ਖਾਨ ਸੀ ਉਹਨੇ ਅਵਧ ਨੂੰ ਜਿਹੜਾ ਸੀ 1734 ਦੇ ਵਿੱਚ ਇੱਕ ਸੁਤੰਤਰ ਰਾਜ ਘੋਸ਼ਿਤ ਕੀਤਾ ਸੀ। 3 ਕਰਨਾਟਕ ਵਾਰਸ वर ਫੋਰਟ ਬਿਟਵੀਨ। ਕਈ ਵਾਰੀ ਕੁਐਸਚਨ ਪੁੱਛ ਲੈਂਦੇ ਆ ਕਿ ਜਿਹੜੇ 3 ਕਰਨਾਟਕ ਦੇ ਯੁੱਧ ਨੇ ਉਹ ਕਿਹਨਾਂ ਦੇ ਵਿਚਕਾਰ ਹੋਏ ਨੇ। ਉਹ ਹੋਏ ਆ ਫ੍ਰੈਂਚ ਐਂਡ ਬ੍ਰਿਟਿਸ਼ ਯਾਨੀ ਕਿ ਫਰਾਂਸੀਸੀਆਂ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੋਏ ਆ। ਡਿਊਰਿੰਗ ਦਾ ਪੀਰੀਅਡ ਆਫ 1740 AD ਟੂ 1763 AD। ਅਤੇ ਹੋਏ ਕਿਹੜੇ ਸਮੇਂ ਵਿੱਚ ਆ 1740 ਤੋਂ ਲੈ ਕੇ 1763 ਈਸਵੀ ਦੇ ਵਿੱਚ। ਇਹਨਾਂ ਵਿੱਚ ਬ੍ਰਿਟਿਸ਼ ਗੌਟ ਵਿਕਟਰੀਜ਼। ਇਹਦੇ ਵਿੱਚ ਕੀ ਸੀ ਕਿ ਜਿੱਤ ਕਿਹਨਾਂ ਨੂੰ ਮਿਲੀ ਆ ਜਿਹੜੇ ਅੰਗਰੇਜ਼ ਸੀ ਉਹਨਾਂ ਨੂੰ ਮਿਲੀ ਆ। ਬੁੱਕਸ ਗੌਰਮੈਂਟ ਡਾਕੂਮੈਂਟਸ ਨਿਊਜ਼ਪੇਪਰ ਮੈਗਜ਼ੀਨਸ ਪੰਫਲੇਟਸ ਐਂਡ ਹਿਸਟਰੀਕਲ ਬਿਲਡਿੰਗਸ ਆਰ ਦਾ ਮੇਨ ਸੋਰਸ ਆਫ ਮੋਡਰਨ ਹਿਸਟਰੀ ਦੇ ਸਾਰੇ ਨੇ ਜਿਹੜੇ ਸੋਰਸ ਨੇ। ਆਈ ਹੋਪ ਕਿ ਤੁਹਾਨੂੰ ਮੇਰਾ ਜਿਹੜਾ ਲੈਸਨ ਆ ਪਸੰਦ ਆਇਆ ਹੋਊਗਾ। ਜੇ ਤੁਹਾਨੂੰ ਪਸੰਦ ਆਇਆ ਤਾਂ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।